किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। पहले कांड का 22वां भाग। शगन अपशगन का भरम। वाहिगुरू जी का खालसा वाहिगुरू जी की फतेह। परमात्मा के हुक्म की कार की पछाण ना होने कारण मन भटकणा विच पैंदा है। मनुख शगन अपशगन की विचार विच पै के पुछां देण वालियां भाटड़ियां दे पिछे अथवा सौरियां आदि दे मगर भटकदा है। किसे न किसे रंग दे भरम दुनिया दीयां सारियां कौमां विच हन, पर हिंदू कौम दे गुरु ब्राह्मण देवता जी दे सिवा होर किसे कौम दे धर्म गुरु ने शगन अपशगना दी विचार वाला अडरा कोई धर्म ग्रंथ नहीं बनाया। जिन्नियां विधियां दे जाल ब्राह्मण ने विछाए हुए हैं, दुनिया दे होर किसे धर्म गुरु ने अपने चेलियां नूं लुट खाण लई अजिहे जाल नहीं विछाए। शगना अपशगना दा भरम बड़ी योजनाबद्ध ढंग नाल धर्म दा हिस्सा अथवा समाजिक रीति रिवाजां दा पक्का हिस्सा बना लेना ब्राह्मण दी चपलता दी करामात है। जन्म तो ही थितवार ਅਤੇ ਮੁਹੂਰਤਾਂ ਦੇ ਚੰਗੇ ਮਾੜੇ ਹੋਣ ਦੀ ਵਿਚਾਰ ਆਰੰਭ ਹੋ ਜਾਂਦੀ ਹੈ। ਠਾਕਾ ਕੁੜਮਾਈ ਵਿਆਹ ਆਦਿ ਸਾਰੇ ਦਿਹਾੜੇ ਸ਼ਗਨਾਂ ਅਪਸ਼ਗਨਾਂ ਦੇ ਜਾਲ ਵਿੱਚ ਫਸੇ ਹੋਏ ਹਨ। ਕਿਸੇ ਸ਼ੁਭ ਕਾਰਜ ਨੂੰ ਤੁਰਨ ਸਮੇਂ ਪਾਣੀ ਦਾ ਘੜਾ ਲਈ ਕੰਨਿਆ ਦਾ ਅੱਗੋਂ ਮਿਲ ਜਾਣਾ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ। ਤੁਰਨ ਸਮੇਂ ਕੋਈ ਛਿੱਕ ਮਾਰ ਦੇਵੇ ਜਾਂ ਪਿੱਛੋਂ ਆਵਾਜ਼ ਮਾਰ ਦੇਵੇ ਜਾਂ ਕਾਲੀ ਬਿੱਲੀ ਰਾਹ ਕੱਟ ਦੇਵੇ, ਖੋਤਾ ਹਿੰਗ ਪਵੇ, ਕਈ ਤਰ੍ਹਾਂ ਦੇ ਅਪਸ਼ਗਨ ਰਾਹ ਮੱਲੀ ਖਲੋਤੇ ਦਿਸਦੇ ਹਨ। ਸ਼ਗਨਾਂ ਅਤੇ ਅਪਸ਼ਗਨਾਂ ਤੋਂ ਅੱਗੇ ਸੁਪਨਿਆਂ ਆਦਿ ਦੇ ਚੰਗੇ ਮਾੜੇ ਫਲ ਦੱਸਣ ਵਾਲਾ ਅਥਵਾ ਜੋਤਿਸ਼ ਵਿਦਿਆ ਵਾਲੀ ਭਵਿੱਖਬਾਣੀ ਬੋਲ ਸਕਣ ਵਾਲਾ ਸੌਣ ਸ਼ਾਸਤਰ ਬ੍ਰਾਹਮਣ ਰਿਸ਼ੀਆਂ ਦੀ ਹੀ ਕਾਢ ਹੈ। ਜਾਨਵਰਾਂ ਦੀਆਂ ਬੋਲੀਆਂ ਤੋਂ ਕਈ ਤਰ੍ਹਾਂ ਦੇ ਭਰਮ ਲੋਕਾਂ ਵਿੱਚ ਪ੍ਰਚਲਿਤ ਕਰ ਦਿੱਤੇ, ਜਿਵੇਂ ਮੋਰ, ਮਿਰਗ, ਗਟਾਰ ਅਥਵਾ ਕਾਂ ਆਦਿ ਦਾ ਬੋਲਣਾ ਸ਼ੁਭ ਸ਼ਗਨ ਅਤੇ ਉੱਲੂ, ਚਮਗਿੱਦੜ ਆਦਿ ਦਾ ਬੋਲਣਾ ਅਤੇ ਕੁੱਤੇ ਦਾ ਰੋਣਾ ਬਦਸ਼ਗਨੀ ਮੰਨੀ ਗਈ। ਇਸਤਰੀ ਦਾ ਖੱਬਾ ਅੰਗ ਫਰਕਣਾ ਸ਼ੁਭ ਅਤੇ ਸੱਜਾ ਅੰਗ ਫਰਕਣਾ ਅਸ਼ੁਭ, ਮਰਦ ਦਾ ਇਸ ਤੋਂ ਉਲਟ ਭਾਵ ਸੱਜਾ ਸ਼ੁਭ ਅਤੇ ਖੱਬਾ ਅਸ਼ੁਭ। ਸ਼ਗਨ ਅਪਸ਼ਗਨ ਦੇ ਇਹਨਾਂ ਭਰਮਾਂ ਕਾਰਨ ਬ੍ਰਾਹਮਣ ਦੀ ਆਮਦਨੀ ਵਿੱਚ ਵਿਸ਼ੇਸ਼ ਵਾਧਾ ਹੋਇਆ ਸੀ। ਇਸ ਲਈ ਇਸ ਭਰਮ ਨੂੰ ਵੀ ਧਰਮ ਦਾ ਹਿੱਸਾ ਬਣਾ ਲੈਣਾ ਜ਼ਰੂਰੀ ਬਣ ਗਿਆ। ਰਾਮ ਚਰਿਤ ਮਾਨਸ ਨਾਮਕ ਧਰਮ ਗ੍ਰੰਥ ਦੇ ਲੇਖਕ ਗੋਸਵਾਮੀ ਤੁਲਸੀਦਾਸ ਨੂੰ ਲੰਕਾਪਤੀ ਰਾਵਣ ਇਸ ਗੱਲੋਂ ਵੱਡਾ ਹੰਕਾਰੀ ਅਤੇ ਮੂਰਖ ਹੋ ਦਿਸਿਆ, ਕਿਉਂਕਿ ਉਸ ਨੇ ਜੰਗ ਨੂੰ ਜਾਣ ਲੱਗਿਆਂ ਸ਼ਗਨ ਅਪਸ਼ਗਨਾਂ ਦੀ ਵਿਚਾਰ ਨਹੀਂ ਸੀ ਕੀਤੀ। ਗੋਸਵਾਮੀ ਜੀ ਲਿਖਦੇ ਹਨ, ਛੰਦ ਅਤ ਗਰਭ ਗਹਿਨ ਸ਼ਗਨ ਅਸਗੁਨ ਸਰਵੇਂ ਆਇਦ ਹਾਥ ਤੇ, ਭੱਟ ਦਿਰਤ ਰਥ ਤੇ ਬਾਜ ਗਜ, ਚਿਕਰਤ ਭਜੇ ਸਾਥ ਤੇ, ਗੋਮਈ ਗੀਦ ਕਰਾਲ ਖਰ ਰਵ ਸਵਾਨ, ਰੋਵਤ ਅਤ ਕਨੇ, ਜਨ ਕਾਲ ਦੂਤ ਅਲੂਕ ਬੋਲੇ, ਬਚਨ ਪਰਮ ਭਿਆਵਨੇ ਦੋਹਰਾ, ਤਾਹੇ ਕੀ ਸੰਪਤ ਸ਼ਗੁਨ ਸੁਭ, ਸੁਪਨਿਓ ਮਨ ਬਿਸਰਾਮ, ਭੂਤ ਦ੍ਰੋਹ ਰਤ ਮੋਹ ਬਸ, ਆਰਾਮ ਬਿਖਮ ਰਤ ਕਾਮ। ਲੰਕਾ ਕਾਂਡ ਅਧਿਆਇ 27 ਸ਼ਲੋਕ ਨੰਬਰ 102। ਅਰਥ: ਵੱਡਾ ਹੰਕਾਰੀ ਹੋਣ ਕਰਕੇ ਰਾਵਣ ਸ਼ਗਨ ਅਪਸ਼ਗਨ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਭਾਵ ਸ਼ਗਨਾਂ ਸ਼ੁਗਨਾਂ ਆਪਸ਼ਗਨਾਂ ਦੀ ਪਰਵਾਹ ਕਰਨੀ ਨਿਮਰਤਾ ਦੀ ਨਿਸ਼ਾਨੀ ਹੈ। ਅੱਗੇ ਬਦਸ਼ਗਨੀਆਂ ਦਾ ਵੇਰਵਾ ਦੱਸਦਾ ਹੈ। ਹੱਥਾਂ ਵਿੱਚੋਂ ਹਥਿਆਰ ਤੇ ਰੱਥਾਂ ਵਿੱਚੋਂ ਯੋਧੇ ਡਿੱਗ ਡਿੱਗ ਪੈਂਦੇ ਸਨ। ਹਾਥੀ ਘੋੜੇ ਚਿੰਗਾੜ ਕੇ ਨੱਸ ਭੱਜ ਕੇ ਸਾਥ ਛੱਡ ਰਹੇ ਸਨ। ਬਘਿਆੜ, ਗਿੱਧਾਂ, ਖੋਤੇ ਕੁਰਖਤ ਬੋਲੀ ਵਿੱਚ ਰੋ ਰਹੇ ਸਨ। ਉੱਲੂ ਇਸ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਦੇ ਰਹੇ ਸਨ ਮਾਨੋ ਜੰਮਦੇ ਦੂਤ ਹੀ ਹਨ। ਉਸ ਨੂੰ ਕਦੇ ਸੁਪਨੇ ਵਿੱਚ ਵੀ ਉੱਤਮ ਸ਼ਗਨ ਅਤੇ ਮਨ ਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਜੋ ਲੋਕਾਂ ਨਾਲ ਵੈਰ ਕਰਨ ਵਿੱਚ ਹੀ ਲੱਗਾ ਹੋਵੇ। ਐਸਾ ਆਦਮੀ ਤਾਂ ਮੋਹ ਦੇ ਵਸ ਸ੍ਰੀ ਰਾਮ ਜੀ ਤੋਂ ਬੇਮੁਖ ਹੋ ਕੇ ਕਾਮ ਦੇ ਅਧੀਨ ਹੀ ਰਹਿੰਦਾ ਹੈ। ਸ਼ਗਨਾਂ ਅਪਸ਼ਗਨਾਂ ਨੂੰ ਵਿਚਾਰਨ ਦੀਆਂ ਸਾਖੀਆਂ ਮਹਾਭਾਰਤ ਅਤੇ ਹੋਰ ਪੁਰਾਣਾਂ ਵਿੱਚ ਵੀ ਬੇਅੰਤ ਹਨ।
ਸਾਰੇ ਦੇਵੀ ਦੇਵਤੇ ਸ਼ਗਨ ਅਪਸ਼ਗਨ ਦੀ ਵਿਚਾਰ ਕਰਦੇ ਦਰਸਾ ਕੇ ਇਸ ਭਰਮ ਨੂੰ ਪੱਕਾ ਕੀਤਾ ਹੋਇਆ ਹੈ। ਭਾਵੇਂ ਕ੍ਰਿਸ਼ਨ ਜੀ ਦੀ ਜੀਵਨੀ ਨਾਲ ਵੀ ਅਜਿਹੇ ਵਿਚਾਰ ਜੋੜੇ ਹੋਏ ਹਨ, ਪਰ ਸ੍ਰੀ ਰਾਮ ਚੰਦਰ ਜੀ ਨੂੰ ਤਾਂ ਜਨਮ ਸੰਸਕਾਰਾਂ ਵਾਲੇ ਸ਼ਗਨਾਂ ਤੋਂ ਆਰੰਭ ਕਰਕੇ ਸਾਰੀ ਉਮਰ ਸ਼ਗਨਾਂ ਅਪਸ਼ਗਨਾਂ ਦੀ ਵਿਚਾਰ ਵਿੱਚ ਪ੍ਰਵਿਰਤ ਦਰਸਾਇਆ ਹੋਇਆ ਹੈ। ਸੀਤਾ ਜੀ ਨਾਲ ਵਿਆਹ ਦੇ ਸਮੇਂ ਜਿਸ ਪ੍ਰਕਾਰ ਨਾਲ ਭਗਵਾਨ ਰਾਮ ਜੀ ਬ੍ਰਾਹਮਣ ਰਿਸ਼ੀਆਂ ਦੀ ਆਗਿਆ ਦਾ ਪਾਲਣ ਕਰਦੇ ਹੋਏ ਸ਼ਗਨਾਂ ਨੂੰ ਪੂਰਾ ਕਰਨ ਦਾ ਨਾਚ ਨੱਚਦੇ ਦਰਸਾਏ ਗਏ ਹਨ, ਉਸ ਤੋਂ ਰਾਮ ਜੀ ਦੀ ਹਾਲਤ ਤਰਸਯੋਗ ਬਣੀ ਦਿਸਦੀ ਹੈ। ਕੁਝ ਵੀ ਸਮਝਿਆ ਜਾਵੇ, ਪਰ ਬ੍ਰਾਹਮਣ ਨੇ ਆਪਣੇ ਬਣਾਏ ਭਰਮ ਜਾਲ ਤੇ ਉਚੇਚੇ ਢੰਗ ਨਾਲ ਰੱਬੀ ਦਰਗਾਹ ਦੀ ਮੋਹਰ ਲਵਾ ਕੇ ਇਸ ਸਭ ਕੁਝ ਨੂੰ ਵੀ ਧਰਮ ਦਾ ਹਿੱਸਾ ਬਣਾ ਲਿਆ ਸੀ। ਸ਼ਗਨ ਅਪਸ਼ਗਨ ਆਦਿ ਦਾ ਭਰਮ ਪਾਉਣ ਨਾਲ ਬ੍ਰਾਹਮਣ ਨੂੰ ਕੀ ਲਾਭ ਹੋਣਾ ਸੀ? ਇਸ ਪ੍ਰਸ਼ਨ ਦਾ ਉੱਤਰ ਪੁਸਤਕ ਦੇ ਪਹਿਲੇ ਭਾਗ ਵਿੱਚ ਕਈ ਥਾਈਂ ਵਿਚਾਰਿਆ ਗਿਆ ਹੈ। ਚੰਗੇ ਸ਼ਗਨਾਂ ਵਾਲੇ ਮਹੂਰਤ ਸਿਰਫ ਬ੍ਰਾਹਮਣ ਹੀ ਦੱਸ ਸਕਦਾ ਸੀ। ਕਿਸੇ ਬਦਸ਼ਗਨੀ ਦਾ ਤੋੜ ਵੀ ਬ੍ਰਾਹਮਣ ਕੋਲ ਹੀ ਸੀ। ਅਜਿਹਾ ਕੁਝ ਕਰਨ ਦੀ ਫੀਸ ਵਜੋਂ ਮੂੰਹ ਮੰਗੀ ਦਛਣਾ ਮਿਲਦੀ ਸੀ। ਮਨੁੱਖ ਨੂੰ ਜੇ ਭਰਮਾਂ ਵਿੱਚ ਨਾ ਫਸਾਇਆ ਜਾਂਦਾ ਤਾਂ ਬ੍ਰਾਹਮਣ ਦੀ ਆਮਦਨ ਵਿੱਚ ਹੋਰ ਤੋਂ ਹੋਰ ਵਾਧਾ ਕਿਵੇਂ ਹੋਈ ਜਾਂਦਾ। ਗੁਰਮਤਿ ਨੇ ਇਹਨਾਂ ਬੇਅਰਥ ਦੇ ਭਰਮਾਂ ਦੀ ਭਰਪੂਰ ਖੰਡਨਾ ਕੀਤੀ ਹੈ। ਗੁਰਸਿੱਖਾਂ ਨੇ ਗੁਰੂ ਦੀ ਮੱਤ ਦਾ ਬੜਾ ਡੂੰਘਾ ਅਸਰ ਕਬੂਲਿਆ ਹੋਇਆ ਸੀ। ਬ੍ਰਾਹਮਣ ਦੇ ਅੰਦਰੋਂ ਉੱਚੀ ਜਾਤ ਦਾ ਅਭਿਮਾਨ ਗਵਾਉਣ ਲਈ ਅਤੇ ਸ਼ੂਦਰ ਦੇ ਅੰਦਰੋਂ ਹੀਣਤਾ ਦੇ ਭਾਵ ਨੂੰ ਮਿਟਾਉਣ ਦੇ ਯਤਨਾਂ ਵਿੱਚ ਪੁਰਾਤਨ ਸਿੰਘਾਂ ਨੇ ਖਾਸ ਬੋਲੇ ਚਾਲੂ ਕਰ ਲਏ ਸਨ। ਜਿਵੇਂ ਜੇ ਕਿਸੇ ਕਾਰਜ ਦੀ ਸਿੱਧੀ ਵਾਸਤੇ ਜਾਣ ਲੱਗਿਆਂ ਅੱਗੋਂ ਬ੍ਰਾਹਮਣ ਮਿਲ ਪਵੇ ਤਾਂ ਇਸ ਨੂੰ ਅਪਸ਼ਗਨ ਕਿਹਾ ਜਾਂਦਾ ਸੀ ਅਤੇ ਇਸ ਬਦਸ਼ਗਨੀ ਦਾ ਤੋੜ ਜੁੱਤੀ ਝਾੜਨੀ ਪ੍ਰਚਲਿਤ ਕਰ ਲਿਆ ਸੀ। ਅਤੇ ਜੇ ਕੋਈ ਨੀਵੀਂ ਜਾਤ ਵਾਲਾ ਭਾਵ ਸ਼ੂਦਰ ਅੱਗੋਂ ਮਿਲੇ ਤਾਂ ਵਿਗੜੇ ਕੰਮ ਵੀ ਰਾਸ ਆ ਜਾਣ ਦੀ ਗੱਲ ਤੋਰ ਲਈ। ਸੁਧਾਰਕ ਰੁਚੀ ਨਾਲ ਚਲਾਏ ਇਹਨਾਂ ਸੁਖਦਾਈ ਬੋਲਿਆਂ ਨੇ ਵੀ ਹੌਲੀ ਭਰਮ ਦਾ ਹੀ ਰੂਪ ਧਾਰ ਲਿਆ। ਅਜਿਹੇ ਭਰਮਾਂ ਦਾ ਅਤੇ ਇਹਨਾਂ ਪ੍ਰਤੀ ਲਿਖੇ ਸੌਣ ਸ਼ਾਸਤਰ ਦਾ ਗੁਰਬਾਣੀ ਨੇ ਖੰਡਨ ਕੀਤਾ ਹੈ। ਕੁਝ ਸ਼ਬਦ ਇਸ ਪ੍ਰਕਾਰ ਹਨ: ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਬਲਿਹਾਰੀ ਗੁਰ ਆਪਣੇ ਸਦ ਬਲ ਜਾਉ, ਗੁਰੂ ਵਿਟੋਂ ਹੋਂ ਵਾਰਿਆ ਜਿਸ ਮਿਲ ਸੱਚ ਸੁਭਾਉ ਰਹਾਉ। ਸ਼ਗਨ ਅਪਸ਼ਗਨ ਤਿਸ ਕੋ ਲੱਗੈ, ਜਿਸ ਚੀਤ ਨ ਆਵੈ ਤਿਸ ਜਮ ਨੇੜ ਨ ਆਵਈ, ਜੋ ਹਰ ਪ੍ਰਭ ਭਾਵੈ। ਪੁੰਨ ਦਾਨ ਜਪ ਤਰ ਜੀਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੇ ਨ ਬੀਆ, ਨਾਨਕ ਰਾਖੇ ਪਾਹਰ ਬ੍ਰਹਮ ਫਿਰ ਦੂਖ ਨ ਥੀਆ। ਪੰਨਾ 400। ਅਰਥ: ਗੁਰੂ ਨੇ ਮੈਨੂੰ ਉਹ ਹਰ ਨਾਮ ਦੇ ਕੇ ਜਿਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉੱਤੋਂ 9 ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ। ਨੋਟ: ਗੁਰਦੇਵ ਜੀ ਦੇ ਇਸ ਫਰਮਾਨ ਤੋਂ ਸਾਬਤ ਹੋ ਜਾਂਦਾ ਹੈ ਕਿ ਬ੍ਰਾਹਮਣ ਨੇ 9 ਗ੍ਰਹਿਆਂ ਤੋਂ ਵਾਪਰਨ ਵਾਲੀਆਂ ਮੁਸੀਬਤਾਂ ਦਾ ਬੜਾ ਡੂੰਘਾ ਭੈ ਲੋਕਾਂ ਦਿਆਂ ਮਨਾਂ ਵਿੱਚ ਪਾਇਆ ਹੋਇਆ ਸੀ। ਮੈਂ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਹਾਂ ਤਾਂ ਮੇਰੇ ਅੰਦਰ ਆਤਮਿਕ ਅਡੋਲਤਾ ਦਾ ਵੱਡਾ ਸੁੱਖ ਆਨੰਦ ਬਣਿਆ ਰਹਿੰਦਾ ਹੈ। ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਹਾਂ। ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਨੂੰ ਮਿਲ ਕੇ ਹੀ ਮੈਂ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨਾ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ ਹੈ। ਰਹਾਉ: ਮੇਰੇ ਅੰਦਰ ਚੰਗੇ ਮੰਦੇ ਸ਼ਗਨਾਂ ਦਾ ਸਹਿਮ ਵੀ ਨਹੀਂ ਰਹਿ ਗਿਆ। ਚੰਗੇ ਮੰਦੇ ਸ਼ਗਨਾਂ ਦੇ ਸਹਿਮ ਉਸ ਮਨੁੱਖ ਨੂੰ ਚਿੰਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਵਸਦਾ। ਪਰ ਜਿਹੜਾ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵੇ, ਜਮਦੂਤ ਉਸ ਦੇ ਨੇੜੇ ਨਹੀਂ ਟੁਕਦਾ। ਭਾਵ ਉਸ ਦੇ ਅੰਦਰੋਂ ਮੌਤ ਦਾ ਭੈ ਮੁੱਕ ਜਾਂਦਾ ਹੈ। ਨੇਕ ਕਰਮ, ਜਪ ਤੇ ਤਪ ਇਹ ਜਿਤਨੇ ਵੀ ਹਨ, ਪਰਮਾਤਮਾ ਦਾ ਸਿਮਰਨ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ। ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ, ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ। ਉਹਨਾਂ ਦੇ ਸਾਰੇ ਸ਼ਗਨਾਂ ਅਪਸ਼ਗਨਾਂ ਤੇ ਹੋਰ ਭਰਮਾਂ ਭੁਲੇਖਿਆਂ ਦੇ ਕਾਰਨ ਬਣੇ
ਡਰ ਨਾਸ ਹੋ ਜਾਂਦੇ ਹਨ। ਉਹਨਾਂ ਦੇ ਮੂੰਹ ਦੇ ਭਰਮ ਮੁੱਕ ਜਾਂਦੇ ਹਨ। ਉਹਨਾਂ ਨੂੰ ਕੋਈ ਮਨੁੱਖ ਬੇਗਾਨਾ ਨਹੀਂ ਦਿਸਦਾ। ਜਬ ਆਪਨ ਆਪ ਉਰ ਧਾਰੈ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਪੰਨਾ 291। ਅਰਥ, ਜਦੋਂ ਪ੍ਰਭੂ ਤੋਂ ਬਿਨਾਂ ਅਜੇ ਹੋਰ ਕੁਝ ਬਣਿਆ ਹੀ ਨਹੀਂ ਸੀ, ਪ੍ਰਭੂ ਆਪਣੇ ਰੰਗ ਵਿੱਚ ਆਪ ਹੀ ਮਸਤ ਸੀ, ਤਦੋਂ ਚੰਗੇ ਮੰਦੇ ਸ਼ਗਨਾਂ ਦੀ ਵਿਚਾਰ ਕਰਨ ਵਾਲਾ ਕੌਣ ਸੀ? ਭਾਵ ਸ਼ਗਨ ਅਪਸ਼ਗਨ ਮਨੁੱਖ ਦਾ ਆਪਣਾ ਖਿਲਾਰਿਆ ਹੀ ਮਾਇਆ ਜਾਲ ਹੈ। ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਉ। ਪੰਨਾ 48। ਅਰਥ, ਗੁਰੂ ਹੀ ਜੋਤਿਸ਼ ਦਾ ਸੌਣ ਸ਼ਾਸਤਰ ਹੈ। ਗੁਰੂ ਹੀ ਸ਼ਗਨ ਅਪਸ਼ਗਨਾਂ ਦਾ ਭਰਮ ਗਵਾਉਣ ਵਾਲਾ ਹੈ, ਕਿਉਂਕਿ ਗੁਰੂ ਦੀ ਰਾਹੀਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਗੁਰੂ ਦੇ ਗਿਆਨ ਨਾਲ ਹੀ ਪਰਮਾਤਮਾ ਦੀਆਂ ਵਡਿਆਈਆਂ ਦੀ ਸੋਝੀ ਆਉਂਦੀ ਹੈ। ਪ੍ਰਭੂ ਹਮਾਰੇ ਸ਼ਾਸਤਰ ਸੌਣ ਸੂਖ ਸਹਿਜ ਆਨੰਦ ਗ੍ਰਹਿ ਪਾਉਣ ਰਹਾਓ। ਪੰਨਾ 1137। ਅਰਥ, ਪ੍ਰਭੂ ਦਾ ਨਾਮ ਸਾਡੇ ਵਾਸਤੇ ਚੰਗਾ ਮੁਹੂਰਤ ਦੱਸਣ ਵਾਲਾ ਸ਼ਾਸਤਰ ਹੈ। ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ, ਉਸ ਹਿਰਦੇ ਘਰ ਵਿੱਚ ਸਦਾ ਆਤਮਿਕ ਅਡੋਲਤਾ ਦੇ ਸੁੱਖ ਹਨ, ਆਨੰਦ ਹਨ। ਰਹਾਓ। ਸ਼ਨਿਚਰਵਾਰ ਸੌਣ ਸਾਸਤ ਵਿਚਾਰ ਹਉਮੈ ਮੇਰਾ ਭਰਮੈ ਸੰਸਾਰ। ਮਨਮੁਖ ਅੰਧਾ ਦੂਜੇ ਭਾਏ ਜਮ ਦਰ ਬਾਂਧਾ ਚੋਟਾਂ ਖਾਏ। ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਭ ਲਾਏ। ਪੰਨਾ 841। ਅਰਥ, ਪਰਮਾਤਮਾ ਦਾ ਸਿਮਰਨ ਛੱਡ ਕੇ ਸੌਣ ਦਾ ਜੋਤਿਸ਼ ਸ਼ਾਸਤਰ ਆਦਿਕ ਸ਼ਗਨ ਅਪਸ਼ਗਨ ਵਿਚਾਰ ਨੇ। ਇਸ ਦੇ ਕਾਰਨ ਜਗਤ ਮਮਤਾ ਅਤੇ ਹਉਮੈ ਵਿੱਚ ਭਟਕਦਾ ਰਹਿੰਦਾ ਹੈ। ਆਤਮਿਕ ਜੀਵਨ ਵੱਲੋਂ ਅੰਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸੱਚੇ ਪ੍ਰਭੂ ਦੇ ਸਿਮਰਨ ਨੂੰ ਆਪਣਾ ਰੋਜ਼ਾਨਾ ਦਾ ਕਰਮ ਬਣਾਉਂਦਾ ਹੈ ਅਤੇ ਪ੍ਰਭੂ ਵਿੱਚ ਸੁਰਤ ਜੋੜਦਾ ਹੈ, ਉਹ ਸਦਾ ਆਤਮਿਕ ਆਨੰਦ ਮਾਣਦਾ ਹੈ। ਸੌਣ ਸਗੁਨ ਵਿਚਾਰ ਨੇ 9 ਗ੍ਰਹਿ 12 ਰਾਸ ਵਿਚਾਰਾ। ਸੌਣ ਜੋਤਿਸ਼ ਸ਼ਾਸਤਰ ਤੋਂ ਸ਼ਗੁਨ 9 ਗ੍ਰਹਿ ਚੰਦ ਸੂਰਜ ਸ਼ਨਿਚਰ ਸ਼ੁਕਰ ਬ੍ਰਹਿਸਪਤ ਮੰਗਲ ਬੁੱਧ ਰਾਹੂ ਕੇਤੂ ਅਤੇ 12 ਰਾਸਾਂ ਨੰਬਰ 1 ਮੇਘ, ਨੰਬਰ 2 ਬ੍ਰਿਖ, ਨੰਬਰ 3 ਮਿਥਨ, ਨੰਬਰ 4 ਕਰਕ, ਨੰਬਰ 5 ਸਿੰਘ, ਨੰਬਰ 6 ਕੰਨਿਆ, ਨੰਬਰ 7 ਤੁਲਾ, ਨੰਬਰ 8 ਬ੍ਰਿਸ਼ਚਿਕ, ਨੰਬਰ 9 ਧਨ, ਨੰਬਰ 10 ਮਕਰ, ਨੰਬਰ 11 ਕੁੰਭ, ਨੰਬਰ 12 ਮੀਨ ਦੁਆਰਾ ਵਿਚਾਰ ਕਰਦੇ ਹਨ। ਕਾਮਨ ਟੂਣੇ ਔਸੀਆਂ ਅਣਸੋਈ ਪਾਸਾਰ ਪਸਾਰਾ। ਕਾਮਣਾ ਤ੍ਰੀਮਤਾਂ ਟੂਣੇ ਔਸੀਆਂ ਬਹੁਤੀਆਂ ਲਕੀਰਾਂ ਖਿੱਚ ਕੇ ਗਿਣ ਤੋਂ ਪਿੱਛੋਂ ਜੇ ਟਾਂਕ ਵਧੇ ਤਾਂ ਚੰਗੀ ਔਂਸੀ, ਜੇ ਜਿਸਤ ਵਧੇ ਤਾਂ ਮੰਦੀ। ਕਣਸੋਈ ਸੁੰਦਕਾਂ ਭਾਵ ਸੂਹ ਰੱਖਦੀਆਂ ਹਨ। ਅਜਿਹੇ ਕਈ ਪਸਾਰੇ ਪਸਾਰਦੀਆਂ ਹਨ। ਗੱਦੋਂ ਕੁੱਤੇ ਬਿੱਲੀਆਂ ਇੱਲ ਮਲਾਲੀ ਗਿੱਦੜ ਸ਼ਾਰਾ। ਕੋਈ ਖੋਤਿਆਂ ਕੁੱਤੇ ਬਿੱਲੀਆਂ ਇੱਲ ਮਲਾਲੀ ਮੈਨਾ ਗਿੱਦੜਾਂ ਸ਼ਾਰਾਂ ਵਾਵ ਰੋਲਿਆਂ ਦੇ ਸ਼ਗਨ ਮਨਾਉਂਦੇ ਅਤੇ ਸਮਝਦੇ ਹਨ ਕਿ ਤੁਰਨ ਵੇਲੇ ਖੱਬੇ ਪਾਸੇ ਖੋਤਾ ਬੋਲੇ ਤੇ ਚੰਗਾ ਅਤੇ ਗਿੱਦੜ ਦਿਨੇ ਬੋਲੇ ਤਾਂ ਭੈੜਾ ਸ਼ਗਨ ਹੈ। ਨਾਰ ਪੁਰਖ ਪਾਣੀ ਅਗਨ ਛਿਕ ਪਦ ਹਿਡਕੀ ਵਰਤਾਰਾ। ਨਾਰ ਪੁਰਖ ਪਾਣੀ ਅਗਨ ਅਰਥਾਤ ਤੁਰਨ ਵੇਲੇ ਜੇ ਤ੍ਰੀਮਤ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲੇ ਤਾਂ ਕੰਮ ਫਤਿਹ, ਜੇ ਪੁਰਖ ਲੈ ਕੇ ਮਿਲੇ ਤਾਂ ਅਪਸ਼ਗਨ ਮੰਨਣਾ। ਅੱਗ ਮਿਲੇ ਤਾਂ ਵੀ ਮਾੜੀ, ਕੋਈ ਨਿਛ ਵਾਜੂ ਤਾਂ ਹਿਟਕੀ ਦਾ ਵਰਤਾਓ ਕਰੇ, ਅਰਥਾਤ ਇੱਕ ਨਿਛ ਪਵੇ ਤਾਂ ਬੁਰੀ, ਜੇ 2 ਆਉਣ ਤਾਂ ਸ਼ਗਨ ਸਮਝੇ। ਵਲ ਛਲ ਕਰ ਵਿਸ਼ਵਾਸ ਲੱਖ ਬਹੁ ਚੱਖੀ ਕਿਉਂ ਰਵੇ ਪਤਾਰਾ। ਵਲ ਛਲ ਕਰਕੇ ਲੱਖਾਂ 'ਤੇ ਭਰੋਸਾ ਰੱਖਣ ਵਾਲਾ ਬਹੁ ਚੱਖੀ ਵੱਡੇ ਸੁਆਦਾਂ ਵਾਲੀ ਵੇਸਵਾ ਕਿਵੇਂ ਪਤੀ ਨੂੰ ਪਾ ਸਕਦੀ ਹੈ। ਗੁਰਮੁਖ ਸੁਖ ਫਲ ਪਾਰ ਉਤਾਰਾ। ਭਾਈ ਗੁਰਦਾਸ ਜੀ। ਗੁਰਮੁਖ ਗੁਰੂ ਦੀ ਸਿੱਖਿਆ 'ਤੇ ਤੁਰਨ ਵਾਲੇ ਨੂੰ ਸੁਖ ਫਲ ਪ੍ਰਾਪਤ ਹੁੰਦਾ ਹੈ ਅਤੇ ਉਸ ਦਾ ਪਾਰ ਉਤਾਰਾ ਹੁੰਦਾ ਹੈ। ਭਾਵ ਜਿਹੜੇ ਲੋਕ ਗੁਰੂ ਦਾ ਭਰੋਸਾ ਛੱਡ ਕੇ ਸ਼ਗੁਨਾਂ ਤੇ ਜੋਤਿਸ਼ ਆਦਿ ਦੇ ਭਰਮਾਂ ਵਿੱਚ ਫਸੇ ਹੋਏ ਹਨ, ਉਹ ਉਸ
ਬਹੁ ਚੱਖੀ ਕਈ ਥਾਈਂ ਝੱਖਾ ਮਾਰਨ ਵਾਲੀ ਵੇਸਵਾ ਦੇ ਤੁੱਲ ਹਨ। ਉਹ ਆਪਣੇ ਸੱਚੇ ਮਾਲਕ ਦੇ ਮਿਲਾਪ ਦਾ ਆਨੰਦ ਕਦੇ ਨਹੀਂ ਮਾਣ ਸਕਦੇ। ਸ਼ੇਰੀ ਭਰਮੇ ਮੁਕਤ ਨਾ ਹੋਏ। ਪੰਛੀ ਜਿੰਨਾ ਚਿਰ ਹੋਰ ਛੇਕਾਂ ਵੱਲ ਟੱਕਰਾਂ ਮਾਰਦਾ ਰਹਿੰਦਾ ਹੈ ਅਤੇ ਅਸਲ ਦਰ ਤੋਂ ਖੁੰਝਾ ਰਹਿੰਦਾ ਹੈ, ਉਸ ਦੀ ਖਲਾਸੀ ਨਹੀਂ ਹੋ ਸਕਦੀ। ਅਗਲੀ ਵਾਰ ਵਿੱਚ ਭਾਈ ਸਾਹਿਬ ਗੁਰਸਿੱਖਾਂ ਦੀ ਨਿਸ਼ਾਨੀ ਦੱਸਦੇ ਹਨ ਕਿ ਗੁਰੂ ਦਾ ਸਿੱਖ ਕਦੇ ਕਿਸੇ ਭਰਮ ਵਿੱਚ ਨਹੀਂ ਪੈਂਦਾ, ਵਾਹਿਗੁਰੂ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਪੂਜਦਾ ਅਤੇ ਕਿਸੇ ਸ਼ਗਨ ਅਪਸ਼ਗਨ ਨੂੰ ਨਹੀਂ ਮੰਨਦਾ। ਸੱਜਾ ਖੱਬਾ ਸੌਣ ਨਾ ਮਨ ਵਸਾਇਆ, ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਭਾਖ ਸੁਭਾਖ ਵਿਚਾਰ ਨਾ ਛਿਕ ਮਨਾਇਆ, ਦੇਵੀ ਦੇਵ ਨਾ ਸੇਵ ਨਾ ਪੂਜ ਕਰਾਇਆ। ਭੰਬਲ ਭੂਸੇ ਖਾਏ ਨਾ ਮਨ ਪਰਮਾਇਆ, ਗੁਰਸਿੱਖ ਸੱਚਾ ਖੇਤ ਬੀਜ ਫਲਾਇਆ। ਭਾਈ ਗੁਰਦਾਸ ਜੀ। ਅਰਥ: ਭਲਾ ਬੁਰਾ ਸ਼ਗਨ ਗੁਰਮੁਖ ਲੋਕ ਮਨ ਵਿੱਚ ਨਹੀਂ ਰੱਖਦੇ। ਇਸਤਰੀ ਪੁਰਖਾਂ ਵੱਲ ਵੇਖ ਕੇ ਆਪਣਾ ਪੈਰ ਪਿੱਛੇ ਨਹੀਂ ਹਟਾਉਂਦੇ, ਭਾਵ ਕਿਸੇ ਪ੍ਰਕਾਰ ਦੇ ਸ਼ਗਨ ਅਪਸ਼ਗਨ ਦਾ ਅਸਰ ਨਹੀਂ ਕਬੂਲਦੇ ਕਿ ਕੋਈ ਕੁਲੱਛਣਾ ਮਿਲ ਪਿਆ ਹੈ ਤੇ ਕੰਮ ਨਹੀਂ ਹੋਣਾ ਆਦਿਕ। ਬੋਲ ਕਬੋਲ ਜਾਨਵਰਾਂ ਦੇ ਬੋਲਾਂ ਤੋਂ ਸ਼ਗਨ ਨਹੀਂ ਵਿਚਾਰਦੇ ਅਤੇ ਛਿੱਕ ਦਾ ਵਿਚਾਰ ਨਹੀਂ ਕਰਦੇ। ਦੇਵੀ ਦੇਵਤਿਆਂ ਨੂੰ ਨਹੀਂ ਸੇਵਦੇ, ਨਾ ਪੂਜਾ ਕਰਦੇ ਹਨ। ਵਾਹਿਗੁਰੂ ਤੋਂ ਛੁੱਟ ਕਿਸੇ ਲਈ ਨਾ ਮਨ ਭਰਮਾਉਂਦੇ ਹਨ, ਨਾ ਭੰਬਲ ਭੂਸੇ ਖਾਂਦੇ ਹਨ। ਐਸੇ ਗੁਰੂ ਦੇ ਸਿੱਖਾਂ ਦੇ ਹਿਰਦੇ ਮਾਨੋ ਖੇਤ ਹਨ, ਜਿੱਥੇ ਸ਼ਰਧਾ ਦਾ ਬੀਜ ਪਾਇਆ ਫਲਦਾ ਹੈ। ਭਾਈ ਸਾਹਿਬ ਦੀ ਇਸ ਗਵਾਹੀ ਤੋਂ ਸਾਬਤ ਹੋ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਗੁਰਸਿੱਖ ਹਰ ਪ੍ਰਕਾਰ ਦੇ ਭਰਮਾਂ ਤੋਂ ਮੁਕਤ ਹੋ ਚੁੱਕੇ ਸਨ ਅਤੇ ਉਹਨਾਂ ਦੇ ਮਨਾਂ ਵਿੱਚ ਦੇਵੀ ਦੇਵਤਿਆਂ ਦੀ ਕਿਸੇ ਅਡਰੀ ਹੋਣ ਦਾ ਭਰਮ ਵੀ ਨਹੀਂ ਸੀ ਰਿਹਾ। ਸਿੱਖ ਵਿਪਰਨ ਕੀ ਰੀਤ ਤੋਂ ਮੁਕਤ ਹੋ ਕੇ ਪੂਰੀ ਤਰ੍ਹਾਂ ਗੁਰਮਤਿ ਦਾ ਧਾਰਨੀ ਹੋ ਚੁੱਕਾ ਸੀ। ਦਸ਼ਮੇਸ਼ ਜੀ ਦੇ ਸਮੇਂ ਤਾਈਂ ਗੁਰਮਤਿ ਦੇ ਸਿਧਾਂਤ ਨਾਲ ਸਿੱਖ ਦਾ ਇੰਨਾ ਪ੍ਰੇਮ ਹੋ ਚੁੱਕਾ ਸੀ ਕਿ ਗੁਰਮਤਿ ਰਹਿਣੀ ਤੋਂ ਸਰਬੰਸ ਵਾਰ ਦੇਣਾ ਬੜਾ ਸਸਤਾ ਸੌਦਾ ਸਮਝਣ ਲੱਗ ਪਿਆ ਸੀ। ਤਦੇ ਹੀ ਦਸ਼ਮੇਸ਼ ਜੀ ਨੇ ਖਾਲਸੇ ਨੂੰ ਸਤਿਗੁਰ ਪੂਰਾ ਕਹਿ ਕੇ ਤੇਜ ਪ੍ਰਤਾਪ ਦੀ ਬਖਸ਼ਿਸ਼ ਦੇ ਬਚਨ ਕਹੇ ਸਨ। ਇਸ ਸੱਚਾਈ ਨੂੰ ਮੁੜ ਯਾਦ ਕਰਦੇ ਰਹਿਣਾ ਚਾਹੀਦਾ ਹੈ ਕਿ 1708 ਵਿੱਚ ਜਦੋਂ ਦਸ਼ਮੇਸ਼ ਜੀ ਆਪਣੇ ਨਿਜ ਧਾਮ ਵੱਲ ਪਰਤ ਗਏ ਤਾਂ ਛੇਤੀ ਹੀ ਖਾਲਸਾ ਪੰਥ ਬੜੇ ਲੰਮੇ ਦੁਖਦਾਈ ਸੰਘਰਸ਼ ਵਿੱਚ ਫਸ ਗਿਆ। ਸਿੰਘਾਂ ਲਈ ਪਿੰਡਾਂ ਸ਼ਹਿਰਾਂ ਵਿੱਚ ਚੈਨ ਨਾਲ ਰਹਿਣਾ ਲਗਭਗ ਅਸੰਭਵ ਹੋ ਗਿਆ। ਉਸ ਅਤਿਅੰਤ ਭੀੜਾਂ ਦੇ ਸਮੇਂ ਸਿੱਖੀ ਦੇ ਪੱਕੇ ਵੈਰੀ ਸ਼ਾਤਰ ਬ੍ਰਾਹਮਣ ਨੇ ਉਦਾਸੀਆਂ ਨਿਰਮਲਿਆਂ ਸੰਪਰਦਾਇਆਂ ਮਹੰਤਾਂ ਦੇ ਰੂਪ ਵਿੱਚ ਸਾਡੇ ਧਰਮ ਅਸਥਾਨ ਸਾਂਭਣ ਦੀ ਕਥਿਤ ਸੇਵਾ ਸਾਂਭ ਲਈ। ਗੁਰਸਿੱਖੀ ਦੇ ਪ੍ਰਚਾਰ ਦੇ ਬੁਰਕੇ ਵਿੱਚ ਸਾਰੀਆਂ ਬ੍ਰਾਹਮਣੀ ਰੀਤਾਂ, ਸ਼ਗੁਨ ਅਪਸ਼ਗਨ, ਭੂਤਾਂ ਪ੍ਰੇਤਾਂ ਦੇ ਭਰਮ, ਭਾਵ ਉਹ ਸਾਰਾ ਗੰਦ ਮੰਦ ਜੋ 200 ਸਾਲ ਦੀ ਕਰੜੀ ਘਾਲਣਾ ਦੁਆਰਾ ਸਤਿਗੁਰਾਂ ਨੇ ਕੱਢ ਕੇ ਮਨੁੱਖ ਨੂੰ ਸਾਰੇ ਭਰਮਾਂ ਤੋਂ ਰਹਿਤ ਨਿਰਭੈ ਸੰਤ ਸੂਰਮਾ ਬਣਾਇਆ ਸੀ, ਉਹ ਸਾਰਾ ਕੂੜ ਕਬਾੜਾ ਸਾਡੇ ਧਰਮ ਅਸਥਾਨਾਂ ਦੇ ਦੀਵਾਨਾਂ ਵਿਚਲੇ ਕਥਾ ਕੀਰਤਨ ਰਾਹੀਂ ਪ੍ਰਚਾਰ ਦਾ ਅੰਗ ਬਣ ਗਿਆ। ਗੁਰਮਤਿ ਵਿੱਚ ਬ੍ਰਾਹਮਣੀ ਰੀਤਾਂ ਦਾ ਰਲਾ ਪਾਉਣ ਵਾਲਾ ਇਹ ਘਾਤਕ ਪ੍ਰਚਾਰ 1721 ਤੋਂ 1925 ਤੱਕ ਨਿਰੰਤਰ ਅਜਿਹੇ ਯੋਜਨਾਬੱਧ ਢੰਗ ਨਾਲ ਚਲਾਇਆ ਗਿਆ ਕਿ ਇਹ ਸਾਰੀ ਘਾਤਕ ਸਮੱਗਰੀ ਸਿੱਖ ਧਰਮ ਦਾ ਹਿੱਸਾ ਸਮਝੀ ਜਾਣ ਲੱਗ ਪਈ। ਇਸੇ ਭਾਣੇ ਦੇ ਵਰਤ ਜਾਣ ਦੇ ਡਰ ਤੋਂ ਹੀ ਦਸ਼ਮੇਸ਼ ਜੀ ਨੇ ਨਿਆਰੇ ਖਾਲਸੇ ਨੂੰ ਤੇਜ ਪ੍ਰਤਾਪ ਦੀ ਮਾਲਕੀ ਬਖਸ਼ਿਸ਼ ਕਰਨ ਵਾਲੇ ਬਚਨਾਂ ਦੇ ਨਾਲ ਹੀ ਤਾੜਨਾ ਵੀ ਕਰ ਦਿੱਤੀ ਸੀ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਪਰ ਖਾਲਸਾ ਜੀ ਬ੍ਰਾਹਮਣ ਦੀ ਮਿੱਠੀ ਛੁਰੀ ਦੇ ਅਜਿਹੇ ਸ਼ਿਕਾਰ ਹੋ ਚੁੱਕੇ ਸਨ ਕਿ ਆਪਣੇ ਸਤਿਗੁਰਾਂ ਦੀ ਬੜਮੁੱਲੀ ਤਾੜਨਾ ਦੀ ਅਸਲੀਅਤ ਨੂੰ ਭੁੱਲ ਗਿਆ ਅਤੇ ਸਭ ਕੁਝ ਗੁਆ ਬੈਠੇ। ਕਿਸੇ ਪ੍ਰਕਾਰ ਦੇ ਸ਼ਗਨ ਅਪਸ਼ਗਨਾਂ ਦੇ ਚੱਕਰ ਵਿੱਚ ਪੈ ਕੇ ਵਿਆਹ ਸ਼ਾਦੀਆਂ ਨੂੰ ਬ੍ਰਾਹਮਣ ਦੇ ਚਲਾਏ ਹੋਏ ਸ਼ਗਨ ਕਰਨੇ ਮਨਮਤ ਹੈ ਅਤੇ ਗੁਰੂ ਦੀਆਂ ਨਜ਼ਰਾਂ ਵਿੱਚ ਬੇਪਰਤੀਤ ਬਣਾ ਦੇਣ ਵਾਲੀ ਵਿਪਰਨ ਕੀ ਰੀਤ ਹੈ। ਦੁਹਾਈ ਹੈ ਦਸ਼ਮੇਸ਼ ਜੀ ਦੇ ਨਾਮ ਦੀ, ਪਰਤੋ ਆਪਣੇ ਅਸਲੇ ਵੱਲ ਨੂੰ ਤੋੜ ਦਿਓ ਮਨਮਤ ਦੀ ਉਪਜ ਕਿਸੇ ਦੂਜੇ ਦੀ ਪ੍ਰੀਤ, ਪਰਤੋ ਸੱਚੀ ਪ੍ਰੀਤ ਵੱਲ। ਟੁੱਟੜੀਆ ਸਾ ਪ੍ਰੀਤ
ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆਂ। ਸੁਪਨੇ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਧਰੋ ਪੰਨਾ 707। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 22ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।